ਕਨਸੈਪਟਸ ਕਰਾਣੇ ਤਾਂ ਵਿਜ਼ੂਅਲਾਈਜ਼ ਕਰਾ ਕੇ ਬੱਚੇ ਨੂੰ ਕਰਾਤਾ, ਬਿਲਕੁਲ ਹੀ ਉਹਨਾਂ ਦੇ ਕਨਸੈਪਟ ਕਲੈਰਿਟੀ ਹੋ ਜਾਂਦੀ ਹੈ। ਬੱਚਿਆਂ ਨੂੰ ਮੈਥਸ ਬਹੁਤ ਈਜ਼ੀ ਲੱਗਦਾ ਹੈ। ਇੱਕ ਤਾਂ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਸੀਗਾ ਮੈਥਸ ਨੂੰ ਲੈ ਕੇ, ਆਪ ਇੰਨੀ ਸੁੰਦਰ ਐਕਟੀਵਿਟੀਜ਼ ਕਰਦੇ ਆ ਤੇ ਬਣਾਉਂਦੇ ਆ ਤੇ ਉਹ ਨੰਬਰ ਬਣ ਜਾਂਦਾ ਤੁਹਾਡੇ ਕੋਲ ਸਾਹਮਣੇ। मुझे मॉडल्स भी चाहिए साथ में। बेटा हाँ जी फोटो खींचिए मेरे। जी मेरा नाम रुमानी आहूजा है ਤੇ ਮੈਂ ਮੈਥ ਮਿਸਟਰਸ ਵਜੋਂ ਵਰਕ ਕਰ ਰਹੀ ਹਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀਏਯੂ ਵਿੱਚ। ਮੈਮ ਤੁਹਾਨੂੰ ਅਵਾਰਡ ਵੀ ਮਿਲਿਆ ਕਿਸ ਹਾਂਜੀ, ਇਹ 5 ਸਤੰਬਰ ਨੂੰ ਸਾਨੂੰ ਟੀਚਰਸ ਡੇ ਤੇ ਅਨੰਦਪੁਰ ਸਾਹਿਬ ਵਿਖੇ ਰਿਸਪੈਕਟਡ ਸੀਐਮ ਸਰ ਤੇ ਈਐਮ ਸਰ ਵੱਲੋਂ ਮਿਲਿਆ ਅਵਾਰਡ। ਤੇ ਮੈਨੂੰ ਉਸ ਟਾਈਮ ਲੱਗ ਰਿਹਾ ਸੀ ਕਿ ਆਈ ਐਮ ਦ ਲੱਕੀਐਸਟ ਟੀਚਰ ਕਿ ਮੈਨੂੰ ਇੰਨੀ ਪਾਵਨ ਧਰਤੀ ਉੱਤੇ ਇੰਨਾ ਵੱਡਾ ਅਵਾਰਡ ਟੀਚਰਸ ਡੇ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਹਾਂਜੀ, ਤੇ ਇਹ ਅਵਾਰਡ ਵੈਸੇ ਮੈਨੂੰ ਮਿਲਿਆ ਮੈਥਸ ਸਬਜੈਕਟ ਨੂੰ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਪੜ੍ਹਾਉਣ ਵਾਸਤੇ। ਬੇਸਿਕ ਜਿਹੜੀ ਮੈਂ ਟੈਕਨੀਕ ਫੋਲੋ ਕੀਤੀ ਹੈ ਉਹ ਬੱਚਿਆਂ ਨੂੰ ਮੈਥਸ ਪੜ੍ਹਾਉਣਾ ਹੈ ਥਰੂ ਵਿਜ਼ੂਅਲਾਈਜੇਸ਼ਨ। ਜਦੋਂ ਬੱਚਾ ਇੱਕ ਚੀਜ਼ ਨੂੰ ਦੇਖ ਲੈਂਦਾ ਹੈ ਤਾਂ ਉਹਦੇ ਕਨਸੈਪਟ ਦੀ ਕਲੈਰਿਟੀ ਹੋ ਜਾਂਦੀ ਹੈ। ਸਾਡੇ ਸਕੂਲ 'ਚ ਮੈਥ ਪਾਰਕ ਬਣਿਆ ਹੋਇਆ ਹੈ, ਸ਼ਕੁੰਤਲਾ ਦੇਵੀ ਮੈਥਮੈਟੀਕਲ ਪਾਰਕ, ਮੈਥ ਲੈਬ ਵੀ ਬਣੀ ਹੋਈ ਹੈ ਜਿੱਥੇ ਅਕਸਰ ਮੈਂ ਬੱਚਿਆਂ ਨੂੰ ਲੈ ਕੇ ਜਾਂਦੀ ਹਾਂ, ਹਰ ਹਫਤੇ 'ਚ ਇੱਕ ਵਾਰੀ ਜ਼ਰੂਰ ਲੈ ਕੇ ਜਾਂਦੀ ਹਾਂ। ਤੇ ਉਸ ਤੋਂ ਇਲਾਵਾ ਮੈਂ ਬਹੁਤ ਸਾਰੇ ਮਾਡਲਸ ਸ਼ੀਟਸ ਦੇ ਥਰੂ ਤਿਆਰ ਕੀਤੇ ਜਿੰਦੇ ਨਾਲ ਬੱਚਿਆਂ ਦੀ ਬਹੁਤ ਜ਼ਿਆਦਾ ਕਨਸੈਪਟ ਕਲੈਰਿਟੀ ਹੁੰਦੀ ਹੈ। ਤੇ ਮੈਮ ਜੇ ਤੁਸੀਂ ਇੱਥੇ ਤੁਹਾਡੇ ਕੋਲ ਹੋਵੇ ਤੁਸੀਂ ਦਿਖਾ ਸਕਦੇ ਹੋ। ਹਾਂਜੀ, ਹੁਣ ਜਿੱਦਾਂ ਇਹ ਟ੍ਰਿਗਨੋਮੈਟਰੀ ਹੈ, ਹਾਂਜੀ। ਬੱਚਿਆਂ ਨੂੰ ਇਹ ਟ੍ਰਿਗਨੋਮੈਟਰੀ ਸੋਲਵ ਕਰਨ ਵਾਸਤੇ ਇਹ ਟੇਬਲ ਚਾਹੀਦਾ ਹੁੰਦਾ ਹੈ ਕਿ ਸਾਈਨ ਕਾਸ ਦੀ ਕਿੰਨੀ ਵੈਲਿਊ ਹੁੰਦੀ ਹੈ 60 ਡਿਗਰੀ ਤੇ 45 ਡਿਗਰੀ ਤੇ ਉਹਦੇ ਵਾਸਤੇ ਇੱਕ ਨਾਰਮਲ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਕਿ ਆਪਣਾ ਹੱਥ ਤੁਸੀਂ ਲਓ ਤੇ ਤੁਸੀਂ ਆਪਣਾ ਇੱਕ ਥੰਬ ਫੋਲਡ ਕਰਨਾ ਹੈ ਤੇ ਤੁਸੀਂ ਦੇਖੋ ਇੱਥੇ ਥੰਬ ਤੇ 90 ਡਿਗਰੀ ਲਿਖਿਆ ਹੈ ਤੇ ਜਦੋਂ ਅਸੀਂ 90 ਡਿਗਰੀ ਦੀ ਵੈਲਿਊ ਲੈਣੀ ਹੈ ਤੇ ਇਹਨੂੰ ਅਸੀਂ ਫੋਲਡ ਕੀਤਾ ਤੇ ਅੱਗੇ ਕਿੰਨੀਆਂ ਸਾਡੇ ਕੋਲ ਉਂਗਲਾਂ ਬਚ ਗਈਆਂ 4 ਤੇ ਉਹਦਾ ਅਸੀਂ ਸਕੁਆਇਰ ਰੂਟ ਲੈਣਾ ਹੈ। 4 ਦਾ ਸਕੁਆਇਰ ਰੂਟ 2/2 ਕੀਤਾ 1 ਤੇ sin 90 ਦੀ ਕਿੰਨੀ ਵੈਲਿਊ ਆਉਂਦੀ ਹੈ 1। ਹੁਣ ਜਦੋਂ ਅਸੀਂ sin 60 ਕਰਨਾ ਹੈ ਇਹਦੇ ਤੇ 60 ਲਿਖਿਆ ਹੈ, ਇਹਨੂੰ ਮੈਂ ਫੋਲਡ ਕੀਤਾ ਤੇ ਅੱਗੇ ਮੇਰੀਆਂ ਕਿੰਨੀਆਂ ਉਂਗਲਾਂ ਬਚੀਆਂ √3 ਤੋਂ ਉਹਨੂੰ √3/2 ਤੇ sin 60 ਦੀ ਵੈਲਿਊ ਆ ਜਾਂਦੀ ਹੈ √3। ਇਸੇ ਤਰ੍ਹਾਂ ਜੇ 45 ਦੀ ਲੈਣੀ ਹੈ ਤੇ ਇੱਥੇ √2 ਤੇ ਨੀਚੇ 2 तो आ जाती है 1/√2। उसी तरह जे ਅਸੀਂ ਇਸ ਪਾਸੇ ਚੱਲਣਾ ਸ਼ੁਰੂ ਕਰ ਦਈਏ ਤਾਂ cos ਦੀ ਵੈਲਿਊਜ਼ ਆ ਜਾਂਦੀ ਹੈ। ਜੇ ਦੋਨਾਂ ਨੂੰ ਡਿਵਾਈਡ ਕਰ ਦਈਏ ਤਾਂ tan ਦੀ ਵੈਲਿਊ। ਇੱਕ ਬੱਚੇ ਨੂੰ ਹੱਥ ਦੇ ਤਰੀਕੇ ਨਾਲ ਸਮਝਾਤਾ ਕਿ ਤੁਸੀਂ sin cos ਦੀ ਵੈਲਿਊਜ਼ ਕਿੱਦਾਂ ਯਾਦ ਰੱਖ ਸਕਦੇ ਹੋ। ਕਿਹੜੀ ਕਲਾਸ ਸਰ ਇਹ ਆਂਦਾ ਹੈ, ਹਾਂਜੀ ਇਹ 10th ਵਿੱਚ ਆਂਦਾ ਹੈ ਟ੍ਰਿਗਨੋਮੈਟਰੀ ਦਾ ਕਨਸੈਪਟ ਤੇ ਇਹਦੇ ਵਿੱਚ ਆਲਮੋਸਟ ਸਾਰੇ 6 ਤੋਂ ਲੈ ਕੇ ਮੈਥਸ ਦੇ ਸਾਰੇ 6 ਤੋਂ ਲੈ ਕੇ 10 ਤੱਕ ਦੇ ਸਾਰੇ ਕਨਸੈਪਟਸ ਕਵਰਡ। ਅੱਛਾ, ਤੁਸੀਂ ਜਿਵੇਂ ਬੱਚਿਆਂ ਨੂੰ ਤੁਸੀਂ ਮੈਥ ਪੜਾਉਂਦੇ ਹੋ ਤੁਸੀਂ ਤੇ ਬੱਚਿਆਂ ਵੱਲੋਂ ਕਿੱਦਾਂ ਰਿਸਪੌਂਸ ਉਹਨਾਂ ਵੱਲੋਂ ਕੀ ਕਿਹਾ ਜਾਂਦਾ ਜਿਵੇਂ ਪਹਿਲਾਂ ਔਖਾ ਸੀ ਜਾਂ ਹੁਣ ਸੌਖਾ ਹੋ ਗਿਆ ਜ਼ਿਆਦਾ? ਬੱਚਿਆਂ ਨੂੰ ਮੈਂ ਇੱਕੋ ਹੀ ਗੱਲ ਕਹਿੰਦੀ ਆ, ਤੁਸੀਂ ਸਬਜੈਕਟ ਨੂੰ ਪਿਆਰ ਕਰਨਾ ਹੈ। ਮੈਂ ਬਹੁਤ ਸਾਰੇ ਸਕੂਲਾਂ 'ਚ ਸੈਮੀਨਾਰ ਵੀ ਲਗਾਏ, ਟੌਪਿਕ ਸੀਗਾ ਆਈ ਲਵ ਮੈਥ ਤੇ ਬੱਚੇ ਜਦੋਂ ਮੈਥ ਸਬਜੈਕਟ ਨਾਲ ਇੱਕ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਉਹਨਾਂ ਦਾ ਸਬਜੈਕਟ 'ਚ ਇੰਟਰਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤੇ ਆਈ ਲਵ ਮੈਥ ਇੱਕ ਬੇਸਿਕ ਥੀਮ ਹੁੰਦੀ ਹੈ ਤੇ ਬੱਚੇ ਸਬਜੈਕਟਸ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਆ। ਹੁਣ ਜਿੱਦਾਂ ਇਹ ਵਾਲੀ ਐਕਟੀਵਿਟੀ ਜਾਂ ਇਹ ਵਾਲੀ ਹੈ, ਹੁਣ ਇਹਦੇ 'ਚ ਨਾਰਮਲ ਇੱਕ ਮੈਥਸ ਦਾ ਇੱਕ ਆਦਮੀ ਬਣਾਇਆ, ਉੱਤੇ ਲਿਖਿਆ ਮੈਥ ਹਿਊਮਨ। ਇਹਦੇ 'ਚ ਮੈਥਸ ਦੇ ਸਾਰੇ ਹੀ ਕਿਹੜੀ ਕਲਾਸ ਵਿੱਚ? ਇਹ 6th ਵਿੱਚ ਤੁਸੀਂ ਕਹਿ ਲਓ, 5th ਵਿੱਚ ਕਹਿ ਲਓ ਤੇ ਸਾਰੇ ਹੀ ਮੈਥਸ ਦੇ ਫਿਗਰਸ ਇਹਦੇ 'ਚ ਆ ਜਾਂਦੇ ਆ। ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਫੇਸ ਹੈ ਉਹ ਸਰਕਲ ਸ਼ੇਪ ਆ ਜਾਂਦੀ ਹੈ। ਤੁਸੀਂ ਇਸ ਐਕਟੀਵਿਟੀ ਨੂੰ ਅਸੀਂ 3rd ਕਲਾਸ 4th 5th ਵਿੱਚ ਵੀ ਰਿਲੇਟ ਕਰ ਸਕਦੇ ਕਿਉਂਕਿ ਅਸੀਂ ਬੇਸਿਕ ਸ਼ੇਪ ਸਿੱਖਣੀਆਂ ਸ਼ੁਰੂ ਕਰ ਦਿੰਦੇ ਹਾਂ 3rd 4th 5th ਵਿੱਚ। ਤੇ ਇਹਦੇ 'ਚ ਤੁਸੀਂ ਦੇਖੋ ਇੱਕ ਮੈਥ ਦਾ ਇਨਸਾਨ ਬਣਾਇਆ ਜਿੰਦੇ ਸਾਰੇ ਬੋਡੀ ਪਾਰਟਸ ਮੈਥਸ ਦੇ ਹੈਗੇ। ਜਿੰਦਾ ਸਰਕਲ ਹੈ ਉਹਨੇ ਟੋਪੀ ਪਾਈ ਹੈ ਉਹ ਕੌਣ ਸ਼ੇਪ ਹੈ, ਇਹ ਟ੍ਰਾਇੰਗਲ ਸ਼ੇਪ ਹੈ, ਇਹ ਰੈਕਟੈਂਗਲ ਸ਼ੇਪ ਹੈ, ਇਹ ਸਕੁਆਇਰ ਹੈ, ਥੱਲੇ ਸਿਲੰਡਰ ਹੈ ਤੇ ਸਾਰੇ ਹੀ ਮੈਥਸ ਨਾਲ ਰਿਲੇਟਡ ਨੇ। ਜਦੋਂ ਬੱਚੇ ਇਦਾਂ ਦੀ ਕਲਰਫੁਲ ਐਕਟੀਵਿਟੀਜ਼ ਦੇਖਦੇ ਆ ਤਾਂ ਉਹਨਾਂ ਦਾ ਆਪੇ ਹੀ ਇੰਟਰਸਟ ਬਣਨਾ ਸ਼ੁਰੂ ਹੋ ਜਾਂਦਾ ਹੈ। ਹੁਣ ਜਿੱਦਾਂ ਇਹ ਵਾਲਾ ਹੈ 3D ਸ਼ੇਪਸ ਨਾਲ ਰਿਲੇਟਡ ਹੈ। ਕਿਹੜੀ ਕਲਾਸ ਹੈ ਜੀ? ਇਹ ਆਂਦਾ ਹੈ 9th ਵਿੱਚ। ਕਿਊਬੋਇਡ ਦਾ ਜਦੋਂ ਅਸੀਂ ਟੋਟਲ ਸਰਫੇਸ ਏਰੀਆ ਕੈਲਕੂਲੇਟ ਕਰਨਾ ਹੁੰਦਾ ਹੈ ਉਹਦੇ ਨਾਲ ਰਿਲੇਟਡ ਹੁੰਦਾ ਹੈ। ਆਇਲਰਸ ਫਾਰਮੂਲਾ ਵੀ ਹੁੰਦਾ ਹੈ, ਇਹਨੂੰ ਅਸੀਂ 8th ਵਿੱਚ ਵੀ ਯੂਜ਼ ਕਰ ਸਕਦੇ ਹਾਂ। ਜਿੱਦਾਂ ਅਸੀਂ ਬੱਚਿਆਂ ਨੂੰ ਸਿਖਾਉਣਾ ਹੁੰਦਾ ਹੈ ਕਿ ਇੱਕ ਕਿਊਬ ਦੇ ਕਿੰਨੇ ਫੇਸਿਸ ਹੁੰਦੇ ਆ, ਕਿੰਨੇ ਵਰਟਿਸਿਸ ਤੇ ਕਿੰਨੇ ਐਜਸ ਹੁੰਦੀਆਂ ਤੇ ਇਹ ਹੈਗਾ ਨੈਟ ਆਫ ਦੀ ਕਿਊਬ। ਤੇ ਉਹ ਬੱਚਾ ਇੱਥੋਂ ਗਿਣ ਸਕਦਾ ਹੈ ਕਿ 1 2 3 4 5 ਤੇ 6 ਤੇ ਬੱਚਿਆਂ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ 2D ਤੇ 3D ਸ਼ੇਪ 'ਚ ਫਰਕ ਕੀ ਹੈ। ਤੇ ਜਦੋਂ ਬੱਚਾ ਦੇਖਦਾ ਹੈ ਅਸੀਂ ਉਹਨੂੰ ਦੱਸ ਸਕਦੇ ਹਾਂ ਜਿਹੜਾ ਕਾਗਜ਼ ਹੈ ਸਿਰਫ ਇਹ ਇੱਕ ਹਿੱਸਾ ਹੈ, ਇਹ ਸਾਰੀ ਇੱਕ 2D ਸ਼ੇਪ ਹੈ ਜਿਹੜੀ ਨੈਟ ਹੈ। ਇਹਨੂੰ ਜਦੋਂ ਅਸੀਂ ਧਾਗੇ ਨਾਲ ਪੁੱਲ ਕਰਤਾ ਤੇ ਇਹ ਕੀ ਬਣ ਜਾਂਦਾ ਹੈ ਕਿਊਬ। ਤੇ ਕਿਊਬ ਜਿਹੜੀ ਹੈ ਉਹ 3D ਸ਼ੇਪ ਹੈ। ਉਸੇ ਤਰ੍ਹਾਂ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਤੇ ਕਿਊਬ ਤੇ ਕਿਊਬੋਇਡ 'ਚ ਕੀ ਫਰਕ ਹੈ। ਇਹਦੇ ਸਾਰੇ ਫੇਸਿਸ ਜਿਹੜੇ ਹੁੰਦੇ ਆ ਸਕੁਆਇਰ ਹੁੰਦੇ ਆ, ਇਹਦੇ ਫੇਸਿਸ ਜਿਹੜੇ ਹੁੰਦੇ ਆ ਰੈਕਟੈਂਗਲ ਹੁੰਦੇ ਆ। ਇਹਨੂੰ ਜਦੋਂ ਅਸੀਂ ਪੁੱਲ ਕਰਦੇ ਆ ਤੇ ਇਹ ਕਿਊਬੋਇਡ ਬਣ ਜਾਂਦਾ ਹੈ। ਹੁਣ ਨੈਕਸਟ ਆ ਜਾਂਦਾ ਸਾਡੇ ਕੋਲ ਪ੍ਰਿਜ਼ਮ। ਇਹਦੇ ਸਾਡੇ ਕੋਲ 5 ਫੇਸਿਸ ਹੁੰਦੇ ਆ, 3 ਰੈਕਟੈਂਗਲ ਹੁੰਦੇ ਆ ਤੇ 2 ਟ੍ਰਾਇੰਗਲ। ਇਹਨੂੰ ਜਦੋਂ ਅਸੀਂ ਪੁੱਲ ਕੀਤਾ ਤੇ ਸਾਡੇ ਕੋਲ ਆ ਗਿਆ ਪ੍ਰਿਜ਼ਮ।
ਤੇ ਇਦਾਂ ਹੀ ਸਾਡੇ ਕੋਲ ਪਿਰਾਮਿਡ ਆ ਜਾਂਦਾ ਹੈ। ਇਹਦੇ 4 ਫੇਸਿਸ ਹੁੰਦੇ ਆ ਤੇ ਚਾਰੋਂ ਹੀ ਟ੍ਰਾਇੰਗਲ ਹੁੰਦੇ ਆ ਤੇ ਇਹਨੂੰ ਜਦੋਂ ਅਸੀਂ ਪੁੱਲ ਕੀਤਾ ਤੇ ਸਾਡੇ ਕੋਲ ਆ ਗਿਆ ਪਿਰਾਮਿਡ। ਤੇ ਉਸੇ ਤਰ੍ਹਾਂ ਜਿੱਦਾਂ ਇਹ ਵਾਲੀ ਹੈ, ਇਹ ਨਾਰਮਲ ਅਸੀਂ ਫਰਸਟ ਸੈਕੰਡ ਕਲਾਸ 'ਚ ਵੀ ਯੂਜ਼ ਕਰ ਲੈਂਦੇ ਆ। ਪੌਪ ਅਪ 2D ਸ਼ੇਪ ਬੁੱਕ ਆਪਾਂ ਸੈਕੰਡ ਤੇ ਥਰਡ ਕਲਾਸ 'ਚ ਨਾਰਮਲੀ ਸਿਖਾਉਂਦੇ ਆ ਸ਼ੇਪਸ, ਸਰਕਲ, ਟ੍ਰਾਇੰਗਲ, ਰੈਕਟੈਂਗਲ, ਤੇ ਉਹਦੇ ਵਾਸਤੇ ਇਹ ਬਣਾਈ ਹੋਈ ਹੈ ਸਰਕਲ। ਇਹ ਟ੍ਰਾਇੰਗਲ ਆ ਗਿਆ, ਇਹ ਰੈਕਟੈਂਗਲ ਆ ਗਿਆ, ਹਾਂਜੀ 5 ਸਾਈਡਾਂ ਵਾਲਾ ਪੈਂਟਾਗਨ ਆ ਗਿਆ, ਦੈਨ 6 ਸਾਈਡਾਂ ਵਾਲਾ ਹੈਕਸਾਗਨ ਆ ਗਿਆ, ਇਦਾਂ ਹੀ 7 ਵਾਲਾ ਹੈਪਟਾਗਨ, ਇਦਾਂ ਹੀ ਸਾਰੇ ਚਲੋ ਕੰਟੀਨਿਊ ਤੁਸੀਂ ਹੁੰਦੇ ਤੁਸੀਂ ਹਨ। ਚਲੋ ਬੱਚਿਆਂ ਵਾਸਤੇ ਈਜ਼ੀ ਤੁਸੀਂ ਕਨਸੈਪਟ Maths ਰੱਖਿਆ ਨੂੰ easy ਐਜ਼ ਅ ਆਰਟ ਕਹਿੰਦੇ ਨੇ। ਹਾਂਜੀ, ਇਹਦੇ 'ਚ ਤੁਸੀਂ ਕਹਿ ਲਓ ਆਰਟ ਵੀ ਹੈ, ਕਰਾਫਟ ਵੀ ਹੈ। ਤੇ ਇਸੇ ਕਰਕੇ ਇਸ ਵਾਰੀ ਟੀਚਰ ਫੈਸਟ ਜਦੋਂ ਹੋਇਆ, ਟੀਚਰਸ ਦਾ ਮੁਕਾਬਲਾ ਹੁੰਦਾ ਹੈ ਤੇ ਉਹਦੇ ਵਿੱਚ ਮੈਂ ਮੈਥਸ ਦੇ ਨਾਲ ਨਾਲ ਆਰਟ ਐਂਡ ਕਰਾਫਟ ਵਿੱਚ ਵੀ ਹਿੱਸਾ ਲਿਆ। ਤੇ ਮੈਥ ਜਿਹੜਾ ਮੇਰਾ ਸਬਜੈਕਟ ਹੈ ਉਹਦੇ 'ਚ ਵੀ ਮੈਨੂੰ ਪ੍ਰਾਈਜ਼ ਮਿਲਿਆ ਤੇ ਆਰਟ ਐਂਡ ਕਰਾਫਟ ਵਿੱਚ ਵੀ ਮੇਰਾ ਪ੍ਰਾਈਜ਼। ਕਿ ਸਰਕਾਰੀ ਸਕੂਲ ਕੋਈ ਪ੍ਰਾਈਵੇਟ ਸਕੂਲਾਂ ਤੋਂ ਘੱਟ ਨੇ, ਹਰ ਚੀਜ਼ ਹੈ, ਸਮਾਰਟ ਸਕੂਲਸ, ROT, ਪ੍ਰੋਜੈਕਟਰ, ਸਾਰਾ ਕੁਝ ਸਰਕਾਰ ਇੰਨਾ ਵਧੀਆ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੀ ਹੈ, ਇੰਨਾ ਵਧੀਆ ਪਲੇਟਫਾਰਮ ਦੇ ਰਹੀ ਹੈ। ਤੇ ਅੱਜ ਕੱਲ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲ ਤੋਂ ਪਿੱਛੇ ਨਹੀਂ ਹੈ, ਉਹਨਾਂ ਦੀ ਬਰਾਬਰੀ ਕਰ ਰਹੇ ਹੈ।